ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ, ਮਨ ਮਨ ਸੁਖ ਹੋਏ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੇ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਰਧ ਭਇਓ ਸੂਝੇ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੇ, ਕਿਉ ਨ ਭਜੇ ਭਗਵਾਨ। ਕਹੋ ਨਾਨਕ ਨਰ ਬਾਬਰੇ, ਕਿਉ ਨ ਭਜੇ ਭਗਵਾਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸਭਾਏ ਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਲਤ ਪਲਟ ਸਵਾਰ ਦਿਨਹਾਰ ਸਤਿਗੁਰੂ, ਜਿਨ੍ਹਾਂ ਦੀ ਮੁਕੱਦਸ ਗੁਰ ਦੇ ਵਿੱਚ ਜੁੜ ਕੇ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਮਾਲਕ ਨੇ ਕਿਰਪਾ ਕੀਤੀ ਹੈ ਆਪਣੀ ਸਾਰਿਆਂ ਦੇ ਉੱਤੇ। ਆਪਾਂ ਜਿੰਨੇ ਕੁ ਪੁਰਾਣੇ ਗੁਰੂ ਦਰਬਾਰ ਵਿੱਚ ਹਾਜ਼ਰ ਹਾਂ, ਆਓ ਆਪਣੀਆਂ ਹਾਜ਼ਰੀਆਂ ਲਵਾਓ ਗੁਰੂ ਦੀ ਹਜ਼ੂਰੀ ਵਿੱਚ। ਆਪਾਂ ਵਿਚਾਰ ਅਰਮਣ ਕਰਨ ਦਾ ਯਤਨ ਕਰੀਏ। ਮਾਲਕ ਨੇ ਕਿਰਪਾ ਕੀਤੀ ਹੈ। ਆਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੁਹਰਾਣਾ ਕਰੀਏ ਜੀ। ਕੋਈ ਵੀ ਰਸਨਾ ਵਾਝੀ ਨਾ ਰਵੇ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਚੌਥੇ ਸ਼ਲੋਕ ਦੀ ਵਿਚਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵਿਚਾਰ ਕਰਾਂਗੇ। ਲੜੀਵਾਰ ਚੱਲ ਰਹੀ ਵਿਚਾਰ ਆਪਾਂ ਤੀਜੇ ਸ਼ਲੋਕ ਦੀ ਵਿਚਾਰ ਪਿੱਛੇ ਕੀਤੀ ਸੀ। ਪਾਤਸ਼ਾਹ ਨੇ ਸਮਝਾਇਆ ਸੀ, ਬੜੇ ਸੁੰਦਰ ਬਚਨ ਵਰਤੇ ਸਨ ਕਿ ਜਵਾਨੀ ਨੂੰ ਲੈ ਕੇ ਤੇਰੀ ਜਵਾਨੀ ਲੰਘ ਗਈ, ਤੇਰੇ ਸਰੀਰ ਨੂੰ ਬੁਢੇਪੇ ਨੇ ਜਿੱਤ ਲਿਆ। ਅਤੇ ਫਿਰ ਕਿਹਾ ਸੀ, ਕਹਿੰਦੇ ਤੂੰ ਪਰਮਾਤਮਾ ਨੂੰ ਚੇਤੇ ਕਰ, ਪਰਮਾਤਮਾ ਨੂੰ ਕਿਉਂ ਭੁੱਲਾ ਬੈਠਾ ਹੈ? ਕਿਉਂਕਿ ਤੈਨੂੰ ਬੜੀ ਮਨੁੱਖਾ ਦੇਹੀ, ਬੜੀ ਅਮੋਲਕ ਦੇਹੀ ਮਿਲੀ ਸੀ ਇਹ ਜਵਾਨੀ। ਉਹਦੇ ਵਿੱਚ ਤਿੰਨ ਅਵਸਥਾ ਦੀ ਗੱਲ ਕੀਤੀ ਗਈ ਸੀ, ਬਾਲ ਜਵਾਨੀ ਬਿਰਧ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਉਸ ਤੀਜੇ ਸ਼ਲੋਕ ਦੇ ਵਿੱਚ। ਅਤੇ ਨਾਲ ਲੱਗਦਾ ਹੀ ਚੌਥਾ ਸ਼ਲੋਕ ਪਾਤਸ਼ਾਹ ਨੇ ਨਾਲ ਹੀ ਸਮਝਾਇਆ ਹੈ। ਸ਼ਬਦ ਵਰਤੇ ਨੇ, ਕਹਿੰਦੇ ਬਿਰਧ ਭਇਓ ਸੂਝੇ ਨਹੀਂ, ਕਾਲ ਪਹੁੰਚੇ ਆਨ। ਕਹੋ ਨਾਨਕ ਨਰ ਬਾਬਰੇ, ਕਿਉ ਨਾ ਭਜੇ ਭਗਵਾਨ। ਬਿਰਧ ਭਇਓ, ਕਹਿੰਦੇ ਬਿਰਧ ਹੋ ਗਿਆ, ਬੁਢੇਪਾ ਹੋ ਗਿਆ। ਸੂਝੇ ਨਹੀਂ, ਕਾਲ ਪਹੁੰਚੀ ਆਨ। ਕਾਲ ਦਾ ਅਰਥ ਹੈ ਕਿ ਮੌਤ ਤੇ ਮੌਤ ਤੇਰੇ ਸਿਰ 'ਤੇ ਮੰਡਰਾ ਰਹੀ ਹੈ। ਤੇਰਾ ਸਰੀਰ ਹੁਣ ਬਜ਼ੁਰਗ ਹੋ ਗਿਆ, ਤੇਰੇ ਸਿਰ 'ਤੇ ਮੌਤ ਮੰਡਰਾ ਰਹੀ ਹੈ। ਕਿਸ ਸਮੇਂ ਵੀ ਤੈਨੂੰ ਮੌਤ ਨੇ ਆ ਕੇ ਤੇਰੇ ਦਰਵਾਜ਼ੇ ਦੇ ਤੇਰੇ ਸਰੀਰ ਦੇ ਵਿੱਚ ਵਾਸਾ ਕਰ ਜਾਣਾ ਅਤੇ ਤੈਨੂੰ ਇਸ ਸੰਸਾਰ ਤੋਂ ਲੈ ਜਾਣਾ ਹੈ। ਹੁਣ ਦੇਖੋ, ਬਿਰਧ ਭਇਓ ਸੂਝੇ ਨਹੀਂ, ਕਹਿੰਦੇ ਕਿੰਨਾ ਅਭਾਗਾ ਉਹ ਮਨੁੱਖ ਹੋਵੇਗਾ ਜਿਸ ਨੂੰ ਮਨੁੱਖਾ ਦੇਹੀ ਮਿਲੀ, ਜਿਸ ਨੂੰ ਜੀਵਨ ਮਿਲਿਆ, ਜਿਸ ਨੇ ਜਵਾਨੀ ਆਪਣੀ ਮਸਤੀ ਦੇ ਵਿੱਚ ਲੰਘਾ ਦਿੱਤੀ। ਅਤੇ ਹੁਣ ਜਵਾਨੀ ਨਿਕਲ ਗਈ, ਬੁਢੇਪਾ ਆ ਗਿਆ। ਹੁਣ ਮਨੁੱਖ ਕੋਸ਼ਿਸ਼ ਕਰੇ ਕਿ ਬੁਢੇਪਾ ਚਲ ਜਾਵੇ ਅਤੇ ਜਵਾਨੀ ਆ ਜਾਵੇ। ਦੇਖੋ, ਅਦਲਾ ਬਦਲੀ ਤਾਂ ਹੋ ਸਕਦੀ। ਆਪਾਂ ਇੱਕ ਚੀਜ਼ ਲੈ ਕੇ ਇੱਕ ਵਸਤ ਦੇ ਕੇ ਦੂਜੀ ਵਸਤ ਲੈਂਦੇ, ਇੱਕ ਚੀਜ਼ ਲੈ ਕੇ ਦੂਜੀ ਚੀਜ਼ ਲੈ ਲੈਂਦੇ ਹਾਂ, ਅਦਲਾ ਬਦਲੀ ਹੋ ਸਕਦੀ ਹੈ।
पर यह है जो बुढ़ेपा आ गया हुण अदला बदल नहीं, हुण बुढ़ेपे का बुढ़ेपा, हुण जवानी नहीं आ सकती। जो जवानी सी उदों बुढ़ेपा नहीं सी आ सकता, हुण जो बुढ़ेपा है हुण जवानी नहीं आ सकती, अदला बदली नहीं हो सकती। तो भगत कबीर जी जो आप पढ़ना करते हैं बड़े सुंदर बचन वरते ने उन्होंने गुरबाणी दे विच। कहते मनुख की हालत पता की है, जिहड़ियां जवानी दे विच मनुख ने काम कर कीता हुंदा है, कहते वो काम वो जो बुढ़ेपा आ जाता है फिर उन्होंने जवानी वाले काम चेता आउंदे ने। वो यादां वो चीज़ां नूं याद करदा है, गल्लां रिपीट करदा है कि मैं जवानी दे विच आ काम करदा हुंदा सी। कहते कबीर पाछे भोग जो भोगवे तिन को गुड़ लै खाहे। कहते जो पिछे भोग लिया हुण उन्होंने दोबारा रिपीट करदा है मनुख, उन्होंने समझदा है बुढ़ेपे दे विच आ जवानी दे विच मैं आ काम कीते सन। हुण देखो जो भगत बेणी जी नूं पढ़ना करते हैं ना, बड़े सुंदर शब्द वरते ने। कहते तरुण तेज पर तरे मुख जो है सर अफसर ना पछाणिया, उन मन काम महाबिक भूले पाप पुण्य ना पछाणिया। ये जिहड़ी रौनक सी ना साडे जीवन दे विच जवानी दे विच, ये असीं अजाई गवा दित्ती। हुण बुढ़ेपे ने आ गए, हुण बिरध हो गए, बुढ़ेपा आ गया, हुण शरीर ते ना हुण पता लगदा है वो गल्लां चेते आउंदियां ने। तुसीं सारिआं ने देखिआ होना प्यारिओ, आपां सारे घरां परिवारां वाले बैठे हाँ, जदों ना इलाके दे विच कोई मेला लगदा है ते उस मेले दे विच रौनक बड़ी हुंदी है, ते कईयां प्रकारां दियां उहदे विच लोग अपने अपने कित्ते दे संबंध दे नाल दुकानां लांदे ने। कोई कपड़ियां दी, कोई मठियाई दी, कोई खिडौणियां दी, अपने अपने तरीके दे नाल। हुण लोग उस मेले दे विच जाके बड़ी रौनक माणदे ने ते रौनक माणदे ने। हुण जदों वो मेला उजड़दा है, मेला उजड़न तो बाद उहदे विच की रह जांदा है, मगर कागज रह जांदे ने सारे, ते भट्ठियां दी साह, जिहड़े हलवाइयां ने भट्ठियां लाइयां उन्हां दी साह बचदी है। ते मनुख दी हालत भी यही है। जवानी जिहड़ी एक मेला सी, ये मेले दे विच हुण बुढ़ेपा आ गया, बुढ़ेपे दे विच हुण ना ये जवानी वाला मेला उजड़ गया। बड़ा आनंद सी उस मेले दे विच, वो रंगा रंग प्रोग्राम जिहड़ा खत्म हो गया। हुण बुढ़ेपा आ गया, हुण बुढ़ेपे दे विच पिछे साह बची, कागज बचे। मनुख उन्हां नूं दोष दिंदा है। अगर जवानी दे विच कोई चंगा काम कीता हुंदा ते बुढ़ेपा हुंदा गुरु दे लड़ लगा हुंदा, पता हुंदा कि आ काम करना सी। एक बेनती मैं होर करां, मनुख जवानी चल गई, हुण जवानी के बदले बुढ़ेपा मिलिया। हुण बुढ़ेपे के बदले कुछ नहीं मिल सकता, जिन्नी मर्जी कोशिश करो आप बुढ़ेपे के बदले कुछ मिल जाए। क्योंकि जो मनुख अपना जीवन गवा लेंदे, फिर मनुख नूं जवानी हुण चली गई, हुण बुढ़ेपा, हुण पछतावा लगा होया, हुण शरीर नूं नुकसान पहुँच रहा। हुण मनुख वो गल्लां चेता कर रहा है, वार वार रिपीट कर रहा है, तो शरीर इन्ना कमज़ोर हो गया है, हुण बुढ़ेपे दे विच आके बिरध हो गया है। हुण परमात्मा का नाम चेते नहीं आउंदा। क्योंकि जवानी के वेले जो आप किसी को कहने कि रब का नाम ले लिया कर भरावा, वो शब्द कि होंगे ने कोई नहीं बड़ी जिंदगी पई ले लाँगे। किसी को कह देंगे अमर छक लै तूं, कहता कोई नहीं अजे जिंदगी हसन खेडन की, खाण पीण की जिंदगी, गांह जाके बुढ़ेपे की भी छक लवांगे। तो बुढ़ेपा एक इहो जी अवस्था, ये मनुख की अखां चों पानी, वाल भी चिट्टे हो जाते हैं, तो मनुख किसी काम की देह नहीं रहिंदी, कोई काम नहीं कर सकता मनुख। जो भगत भीखन जी नूं पढ़ते हैं जिस शब्द ने कहते नैनो नीर बहे तन खीना, भये केश दुधवानी, रूदा कंठ शब्द नहीं उच्चर है, अब क्या करे प्राणी। नैनो नीर कहते नैना दे विचों, अखां दे विचों नीर पैन लग पिया। नैनो नीर बहे तन खीना, तन जिहड़ा है बेकर हो गया। भये केश दुधवानी, वाल चिट्टे हो गए। रूदा कंठ शब्द नहीं उचरे, आ गल दे विचों हुण शब्द उचारण नहीं हुंदा। रूदा कंठ शब्द नहीं उचरे, अब क्या करे प्राणी। कहते फिर मनुख की करे। ये मनुख की हालत है। तो मनुख के सिर के उत्ते मौत मंडरा रही है। काल पहुँची आन मृत हसी सिर उपरे, पशुआ नहीं बूझे। मृत कहते ने मौत नूं, मौत मनुख के सिर के उत्ते घूम रही, तो मनुख उन्होंने पहचान नहीं रहा। कोई पता नहीं बुढ़ेपे शरीर के विचों किस वेले मलक ने प्राण कढ़ लेने, तो यह दे मिट्टी के विच मिल जानी। मिट्टी तो बनी है, यह तन ऐसा जैसे घास की टाटी, जल गयो घास रल गयो माटी। तो ये रल जाना है, तो जल जाना है, मिट्टी के विच रल जाना है। तो जो आप भगत बेणी जी नूं पढ़ना करते हैं, बड़े सुंदर बचन वरते ने। कहते पुंडर देश कुसुम से धौले, सपत पताल की बाणी,
ਲੋਚ ਸਮਰਹਿ ਬੁੱਧ ਬਲ ਨਾਠੀ ਤਾਂ ਕਾਮ ਪਾਵਸ ਮਧਾਣੀ। ਦੇਖੋ ਕਹਿੰਦੇ ਮਨੁੱਖ ਦੇ ਜਿਹੜੇ ਜੀਵਨ ਹੈ ਨਾ, ਇਹ ਜੀਵਨ ਜਦੋਂ ਮਿਲਿਆ ਮਨੁੱਖ ਦੀ ਅਗਰ ਸਾਰੀ ਜ਼ਿੰਦਗੀ ਬਤੀਤ ਕਰਨ ਵਾਸਤੇ ਪਈ ਹੋਵੇ, ਇਹ ਪੈਰ ਹੀ ਖਲੋ ਜਾਣ। ਕਹਿੰਦੇ ਕਿਸ ਕੰਮ ਜ਼ਿੰਦਗੀ ਫਿਰ। ਦੂਜੀ ਗੱਲ ਕਹਿੰਦੇ ਜਿਹੜੀ ਜ਼ਿੰਦਗੀ ਦੀ ਸਾਰੀ ਕਿਤਾਬ ਪੜ੍ਹਨ ਵਾਲੀ ਪਈ ਹੋਵੇ ਜੇ ਮਨੁੱਖ ਦੀ, ਅਤੇ ਮਨੁੱਖ ਦੀਆਂ ਅੱਖਾਂ ਹੀ ਚਲੀਆਂ ਜਾਣ, ਕਿਸ ਕੰਮ। ਦੇਖੋ ਮਨੁੱਖ ਬਜ਼ੁਰਗੀ ਅਵਸਥਾ ਦੇ ਵਿੱਚ ਵੀ ਸੋਚਦਾ ਹੈ ਕਿ ਉਹ ਜਵਾਨੀ ਵਾਲੇ ਕੰਮ ਕਰਾਂ ਮੈਂ। ਬੱਚੇ ਰੌਲਾ ਪਾਉਂਦੇ ਨੇ, ਆਵਾਜ਼ ਸੁਣਦਾ ਹੈ, ਜੀ ਕਰਦਾ ਬੱਚਿਆਂ ਨੂੰ ਦੇਖਣ ਦਾ, ਪਰ ਅੱਖਾਂ ਨਹੀਂ ਸਾਥ ਦਿੰਦੀਆਂ ਕਿਉਂਕਿ ਬਿਰਧ ਅਵਸਥਾ ਹੋ ਗਈ ਹੈ। ਇੱਕ ਨਾ ਪਾਦਰੀ ਨੇ, ਬੜੇ ਈਸਾਈ ਧਰਮ ਦੇ ਵਿੱਚ ਪਾਦਰੀ ਹੁੰਦੇ ਬੜੇ, ਉਸਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਤੂੰ ਵੱਡਾ ਹੈ, ਤੇਰੀ ਦਾੜੀ ਵੱਡੀ ਹੈ। ਕਹਿੰਦਾ ਦਾੜੀ ਮੇਰੇ ਤੋਂ 20 ਸਾਲ ਛੋਟੀ ਹੈ, ਮੈਂ 20 ਸਾਲ ਵੱਡਾ ਵਾਂ। ਉਹਨੂੰ ਪੁੱਛਿਆ ਕਿਸੇ ਨੇ ਕਿੱਦਾਂ? ਕਹਿੰਦਾ ਦੇਖੋ, ਕਹਿੰਦਾ ਜਨਮ ਹੋਇਆ ਸੀ ਮੇਰਾ, ਕਹਿੰਦਾ ਮੈਨੂੰ 20 ਸਾਲਾਂ ਬਾਅਦ ਦਾੜੀ ਆਈ ਸੀ, 20 ਸਾਲ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ। ਕਹਿੰਦਾ ਮੈਂ 80 ਸਾਲਾਂ ਦਾ ਹੋ ਗਿਆ, ਅਜੇ ਉਮਰ ਦਾੜੀ ਮੇਰੀ 60 ਸਾਲਾਂ ਦੀ ਹੋਈ ਹੈ। ਅਤੇ ਕਹਿੰਦਾ ਬੁਢੇਪੇ ਦੇ ਵਿੱਚ ਦਾੜੀ ਚਿੱਟੀ ਹੋ ਜਾਂਦੀ ਹੈ। ਕਹਿੰਦਾ ਚਿੱਟੀ ਹੋ ਜਾਂਦੀ ਹੈ, ਕਹਿੰਦਾ ਪਰ ਲੋਕ ਜਿਹੜਾ ਮਨ ਨੇ ਅੰਦਰ ਕਾਲੀਆਂ ਕਰਤੂਤਾਂ ਕਰਨ ਨੂੰ ਅਜੇ ਵੀ ਲੋਚਦਾ ਬੁਢੇਪੇ ਵਿੱਚ ਵੀ ਜਾ ਕੇ। ਕਹਿੰਦੇ ਇਹ ਨਹੀਂ ਕਦੀ ਵੀ ਮਨੁੱਖ ਦਾ ਚਿੱਟਾ ਹੁੰਦਾ, ਕਿਉਂਕਿ ਚਾਹੀਦਾ ਇੱਦਾਂ ਸੀ ਕਿ ਦਾੜੀ ਚਿੱਟੀ ਹੋ ਗਈ ਹੈ, ਨਾਲ ਬੁਢੇਪੇ ਜੇ ਮਨ ਵੀ ਤੇਰਾ ਚਿੱਟਾ ਹੋ ਜਾਵੇ, ਹੁਣ ਬੁਢੇਪਾ ਆ ਗਿਆ ਹੈ। ਕਹਿੰਦੇ ਮਨ ਕਾਲੇ ਦਾ ਕਾਲਾ ਹੀ ਉੱਦਾਂ ਹੀ ਹੈ। ਇਹੀ ਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਮਝਾਇਆ ਹੈ। ਕਹਿੰਦੇ ਤੂੰ ਸਮਝ ਬਿਰਧ ਭਇਓ ਸੂਝੇ ਨਹੀਂ ਕਾਲ ਪਹੁੰਚਿਆਨ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੇ ਭਗਵਾਨ। ਕਹਿੰਦੇ ਹੇ ਬਾਬਰੇ ਮਨੁੱਖ, ਹੇ ਬੌਰੇ ਮਨੁੱਖ, ਤੂੰ ਰੱਬ ਨੂੰ ਚੇਤਾ ਕਰ। ਮੌਤ ਤੇਰੇ ਸਿਰ ਦੇ ਉੱਤੇ ਮੰਡਲਾ ਰਹੀ ਹੈ, ਤੂੰ ਸੰਸਾਰ 'ਤੇ ਆਇਆ ਸੀ, ਇੱਕ ਦਿਨ ਸੰਸਾਰ ਤੋਂ ਤੂੰ ਜਾਣਾ ਵੀ। ਬਿਰਧ ਅਵਸਥਾ ਹੋ ਗਈ ਹੈ ਅਤੇ ਇਸ ਸੰਸਾਰ 'ਤੇ ਆਇਆ ਸੀ, ਅਤੇ ਇਸ ਸੰਸਾਰ 'ਤੇ ਤੂੰ ਆਪਣਾ ਜਨਮ ਅਤੇ ਮਰਨ ਲਿਖਾ ਕੇ ਆਇਆ ਸੀ। ਮਰਨ ਲਿਖਾਏ ਮੰਡਲ ਮਿਆਏ, ਜਦੋਂ ਤੂੰ ਸੰਸਾਰ ਦੇ ਤੋਂ ਮਰਨ ਲਿਖਾ ਕੇ ਆਇਆ ਸੀ। ਸਭ ਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਇੱਕ ਦਿਨ ਇਸ ਸੰਸਾਰ ਤੋਂ ਜਾਣਾ ਏ। ਅਤੇ ਬੁਢੇਪਾ ਆਇਆ, ਤੂੰ ਰੱਬ ਨੂੰ ਚੇਤਾ ਕਰ। ਜਵਾਨੀ ਵਿੱਚ ਚੇਤਾ ਕਰਦਾ, ਬੁਢੇਪੇ ਵਿੱਚ ਚੇਤਾ ਕਰ। ਹੁਣ ਰੱਬ ਨੂੰ ਚੇਤਾ ਕਰ, ਰੱਬ ਨੂੰ ਅੰਗ ਸੰਗ ਸਮਝ ਆਪਣੇ। ਅਤੇ ਆਹੀ ਵਿਚਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਲੋਕ ਦੇ ਵਿੱਚ ਸ਼ਰਵਣ ਕੀਤੀ। ਮਾਲਕ ਕਿਰਪਾ ਕਰੇ। ਵਿਚਾਰ ਆਪ ਜੀ ਨੇ ਸਰਵਣ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਮਾਲਕ ਕਿਰਪਾ ਕਰੇ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।